ਮਾਨਸਰੋਵਰ ਦਾ ਹੰਸ ਉੜਦਾ ਉੜਦਾ ਇੱਕ ਖੂਹ ਤੇ ਆ ਬੈਠਾ, ਜਿਸ ਵਿੱਚ ਡੱਡੂ ਸੀ। ਹੰਸ ਨੇ ਡੱਡੂ ਨੂੰ ਕਿਹਾ, ਆ ਮਿੱਤਰਾ, ਤੈਨੂੰ ਮਾਨਸਰੋਵਰ ਦੇ ਦਰਸ਼ਨ ਕਰਾਈਏ। ਡੱਡੂ ਨੇ ਪੁੱਛਿਆ, ਤੇਰਾ ਮਾਨਸਰੋਵਰ ਕਿੰਨਾ ਕੁ ਵੱਡਾ ਹੈ? ਹੰਸ ਨੇ ਕਿਹਾ, ਬਹੁਤ ਵੱਡਾ ਹੈ। ਡੱਡੂ ਨੇ ਇੱਕ ਛਾਲ ਮਾਰ ਕੇ ਕਿਹਾ, ਇੰਨਾ ਕੁ ਵੱਡਾ ਹੋਣਾ ਹੈ? ਹੰਸ ਨੇ ਕਿਹਾ, ਨਹੀਂ। ਫਿਰ ਦੂਜੀ ਛਾਲ ਮਾਰੀ। ਖੂਹ ਦੇ ਅੱਧ ਵਿੱਚ ਆ ਕੇ ਪੁੱਛਿਆ, ਕਹਿੰਦਾ, ਇੰਨਾ ਕੁ ਵੱਡਾ ਹੋਣਾ ਤੇਰਾ ਮਾਨਸਰੋਵਰ? ਹੰਸ ਕਹਿੰਦਾ, ਨਹੀਂ। ਫਿਰ ਤੀਜੀ, ਫਿਰ ਚੌਥੀ ਛਾਲ ਮਾਰ ਕੇ ਖੂਹ ਦੇ ਦੂਜੇ ਪਾਸੇ ਚਲਿਆ ਗਿਆ। ਕਹਿੰਦਾ, ਇੰਨਾ ਕੁ ਵੱਡਾ ਹੋਣਾ? ਤੇ ਹੰਸ ਨੇ ਕਿਹਾ, ਨਹੀਂ, ਮਾਨਸਰੋਵਰ ਤਾਂ ਇਸ ਨਾਲੋਂ ਕਿਤੇ ਹੀ ਵੱਡਾ ਹੈ। ਡੱਡੂ ਨੇ ਗੁੱਸੇ 'ਚ ਕਿਹਾ, ਜਾ ਜਾ, ਤੂੰ ਝੂਠ ਬੋਲਦਾ ਹੈ। ਇਸ ਨਾਲੋਂ ਤਾਂ ਕੋਈ ਵੱਡੀ ਚੀਜ਼ ਇਸ ਦੁਨੀਆ ਵਿੱਚ ਹੈ ਹੀ ਨਹੀਂ। ਖੂਹ ਦੇ ਡੱਡੂ ਵਾਲਾ ਹੀ ਸਾਡਾ ਹਾਲ ਹੈ। ਕੁਦਰਤ ਵਿੱਚ, ਇਸ ਸੰਸਾਰ ਵਿੱਚ ਵੇਖਣ ਲਈ ਬਹੁਤ ਕੁਝ ਸੀ, ਬਹੁਤ ਕੁਝ ਹੈ, ਪਰ ਅਸੀਂ ਘਰ ਰੂਪੀ ਪਿੰਜਰਿਆਂ ਵਿੱਚ, ਘਰ ਰੂਪੀ ਖੂਹਾਂ ਵਿੱਚ ਬੱਝ ਕੇ ਰਹਿ ਗਏ, ਗੁਲਾਮ ਹੋ ਕੇ ਰਹਿ ਗਏ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਬਲਿਹਾਰੀ ਕੁਦਰਤ ਵਸਿਆ, ਇਹੋ ਜਗ ਸੱਚਾ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਅਸੀਂ ਘਰਾਂ ਵਿੱਚ ਜਕੜ ਕੇ ਰਹਿ ਕੇ ਖੂਹ ਦੇ ਡੱਡੂ ਦੀ ਤਰ੍ਹਾਂ। ਅਸੀਂ ਮਾਨਸਰੋਵਰ ਦੇ ਹੰਸ ਨੂੰ, ਜੇ ਕੋਈ ਸਾਨੂੰ ਸਮਝਾਉਂਦਾ ਹੈ, ਤੇ ਅਸੀਂ ਡੱਡੂ ਦੀ ਤਰ੍ਹਾਂ ਮਾਨਸਰੋਵਰ ਦੇ ਹੰਸ ਨੂੰ ਛਾਲਾਂ ਮਾਰ ਮਾਰ ਕੇ ਦਿਖਾਉਣੇ ਆ। ਪਰ ਉਹ ਤਾਂ ਕਥਨ ਕਹਿਣ ਕੋ ਸੋਝੀ ਨਾਹੀ, ਜੋ ਪੇਖੈ ਤਿਸ ਬਣ ਆਵੈ। ਜਿਨ੍ਹਾਂ ਨੇ ਇਸ ਕੁਦਰਤ ਨੂੰ ਸਮਝਿਆ, ਨੇਚਰ ਨੂੰ ਸਮਝਿਆ, ਉਸ ਪਰਮਾਤਮਾ ਨੂੰ, ਵਿਸ਼ਾਲ ਪਰਮਾਤਮਾ ਨੂੰ ਸਮਝਿਆ, ਉਹਨਾਂ ਨੇ ਫਿਰ ਕਿਹਾ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਭੱਜੇ ਫਿਰਦੇ ਹਾਂ ਅਸੀਂ ਕਿਸ ਚੀਜ਼ ਵਾਸਤੇ? ਆਨੰਦ ਵਾਸਤੇ, ਸੁੱਖ ਵਾਸਤੇ, ਚੈਨ ਵਾਸਤੇ, ਖੁਸ਼ੀ ਵਾਸਤੇ, ਖੇੜੇ ਵਾਸਤੇ। ਪਰ ਖੂਹ 'ਚ ਤਾਂ ਖੇੜਾ ਨਹੀਂ ਨਾ ਮਿਲਣਾ, ਖੂਹ ਦੇ ਵਿੱਚ ਨਹੀਂ ਰਹਿ ਕੇ ਖੇੜਾ ਮਿਲਣਾ। ਜਿਹੜਾ ਆਨੰਦ ਮਾਨਸਰੋਵਰ ਤੇ ਹੈ, ਖੁੱਲੇ ਸਮੁੰਦਰ ਤੇ ਸਾਗਰ ਵਿੱਚ ਤਾਰੀਆਂ ਲਾਉਂਦਾ ਹੈ ਨਾ, ਉਹ ਖੂਹ ਦੇ ਵਿੱਚ ਨਹੀਂ। ਖੂਹ ਤੋਂ ਬਾਹਰ ਨਿਕਲਣਾ ਪੈਣਾ ਹੈ, ਆਪਦੇ ਕੰਫਰਟ ਜ਼ੋਨ ਤੋਂ ਬਾਹਰ ਨਿਕਲਣਾ ਪੈਣਾ ਹੈ। ਕਿਤੇ ਸਾਨੂੰ ਸਮਝ ਆ ਜੇ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਹੀਂ ਬੇਗਾਨਾ, ਨਾ ਕੋ ਬੈਰੀ ਨਹੀਂ ਬੇਗਾਨਾ। ਕਿਤੇ ਆਹ ਗੱਲ ਸਾਨੂੰ ਸਮਝ ਆ ਜਾਵੇ। ਸਗਲ ਸੰਗ ਹਮ ਕੋ ਬਨ ਆਈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਕਬੀਰ ਸਾਹਿਬ ਵੀ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਜੇ ਕਿਤੇ ਅਸੀਂ ਸੋਚ ਗਏ ਤੇ ਸਮਝ ਗਏ ਨਾ, ਤਾਂ ਇਸ ਸੰਸਾਰ ਵਿੱਚ ਕੋਈ ਵੀ ਇਨਸਾਨ ਅਜਨਬੀ ਨਹੀਂ, ਬੇਗਾਨਾ ਨਹੀਂ। ਸਾਡੀ ਸੋਚ ਨੇ ਸਾਨੂੰ ਸਮਝਾਇਆ ਹੈ ਕਿ ਉਹ ਪਰਾਇਆ ਹੈ, ਉਹ ਬੇਗਾਨਾ ਹੈ। ਕਿ ਇੱਥੇ ਤਾਂ ਅਸੀਂ ਹਰ ਇੱਕ ਨੂੰ ਮਿਲਣਾ ਸੀ, ਹਰ ਇੱਕ ਨਾਲ ਪਿਆਰ ਬਣਾਉਣਾ ਸੀ, ਪਰ ਅਸੀਂ ਇੱਕ ਸੰਗਲ ਨਾਲ, ਇੱਕ ਕਿੱਲੇ ਨਾਲ ਬੱਝ ਕੇ ਰਹਿ ਗਏ। ਸਾਨੂੰ ਇਕੱਲੇ ਰਹਿ ਰਹਿ ਕੇ ਸਟ੍ਰੈਸ
ਦੁੱਖ ਨੇ, ਡਿਪਰੈਸ਼ਨ ਨੇ ਘੇਰ ਲਿਆ। ਇਕੱਲੇ ਮਨ ਤੇ ਸਾਡੇ ਅਸਰ ਪੈ ਰਿਹਾ ਹੈ। ਅਸੀਂ ਟੁੱਟ ਗਏ, ਅਸੀਂ ਸਾਰਿਆਂ ਨਾਲੋਂ ਟੁੱਟ ਰਹੇ ਹਾਂ। ਮਾਂ ਪਿਓ ਨਾਲੋਂ, ਕੋਈ ਦੋਸਤਾਂ ਮਿੱਤਰਾਂ ਨਾਲੋਂ, ਕੋਈ ਭਰਾਵਾਂ ਨਾਲੋਂ ਟੁੱਟ ਰਿਹਾ, ਕੋਈ ਗੁਆਂਢੀਆਂ ਨਾਲੋਂ ਟੁੱਟ ਰਿਹਾ ਹੈ, ਕੋਈ ਨਾਲ ਕੰਮ ਕਰਨ ਵਾਲਿਆਂ ਨਾਲੋਂ ਟੁੱਟ ਰਿਹਾ ਹੈ। ਅਸੀਂ ਟੁੱਟ ਗਏ ਤੇ ਸਾਨੂੰ ਵਹਿਮ ਇਹ ਹੈ ਵੀ ਅਸੀਂ ਇਕਾਂਤ ਵਿੱਚ, ਅਸੀਂ ਇਕੱਲੇ ਮਸਤ ਹਾਂ। ਨਹੀਂ, ਤੁਸੀਂ ਇਕੱਲੇ ਰਹਿ ਕੇ ਆਪਣੇ ਮਨ ਤੇ ਅਸਰ ਪਾ ਰਹੇ ਹੋ। ਇਹ ਸੰਸਾਰ, ਇਹ ਸਾਗਰ ਤਾਰੀਆਂ ਲਾਉਣ ਵਾਸਤੇ ਹੈ, ਇਕੱਠੇ ਰਹਿਣ ਵਾਸਤੇ ਹੈ। ਸਤ ਸੰਗ ਦੇ ਅਰਥ ਕੀ ਨੇ? ਸਾਧ ਸੰਗਤ ਦੇ ਅਰਥ ਕੀ ਨੇ? ਸਾਡਾ ਇਕੱਠੇ ਰਹਿਣਾ। ਜਦੋਂ ਆਪਾਂ ਸਤਸੰਗ ਕਰਦੇ ਆ ਨਾ, ਜਦੋਂ ਚਾਰ ਮਿੱਤਰ ਕਿਤੇ ਇਕੱਠੇ ਹੋ ਕੇ ਬੈਠਦੇ ਆ ਨਾ, ਸਟ੍ਰੈਸ ਖਤਮ ਹੋ ਜਾਂਦਾ ਹੈ, ਡਿਪਰੈਸ਼ਨ ਚਲਿਆ ਜਾਂਦਾ ਸਾਡਾ, ਸਾਡੇ ਮਨ ਤੋਂ ਤਣਾਅ ਘਟਦਾ ਹੈ। ਇਕੱਲੇ ਰਹਿ ਰਹਿ ਕੇ ਤਣਾਅ ਵੱਧਦਾ ਹੈ। ਭਰਾ ਹੋਣ, ਮਿੱਤਰ ਹੋਣ, ਰਲ ਕੇ ਕੋਈ ਕੰਮ ਕਰੀਏ, ਬੜੀ ਖੁਸ਼ੀ ਨਾਲ ਉਹ ਕੰਮ ਕਰ ਪਾ ਸਕਦੇ ਹਾਂ ਅਸੀਂ। ਤੇ ਉਹੀ ਕੰਮ ਇਕੱਲਿਆਂ ਕਰਨਾ ਹੋਵੇ ਤੇ ਪਤਾ ਨਹੀਂ ਕਿੰਨੇ ਕੁ ਸੰਕਲਪ ਵਿਕਲਪ ਸਾਡੇ ਅੰਦਰ ਫੁਰਨੇ ਚੱਲਦੇ ਰਹਿੰਦੇ ਆ। ਸੰਗਤ, ਜਦੋਂ ਸਾਨੂੰ ਕਿਸੇ ਦੀ ਕੰਪਨੀ ਮਿਲ ਜਾਂਦੀ ਹੈ ਨਾ, ਤੇ ਸਾਡਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਇਕੱਲੇ ਰਹਿ ਰਹਿ ਕੇ ਵਿਕਾਸ ਨਹੀਂ ਹੋਣਾ। ਘਰ ਰੂਪੀ ਪਿੰਜਰਿਆਂ 'ਚ ਰਹਿ ਕੇ ਵਿਕਾਸ ਨਹੀਂ ਹੋਣਾ। ਪਿੰਡ 'ਚ ਰਹਿ ਕੇ ਵਿਕਾਸ ਨਹੀਂ ਹੋਣਾ। ਬਾਹਰ ਨਿਕਲਣਾ ਪੈਣਾ ਹੈ। ਆਪਦੀ ਕਲੋਨੀ 'ਚ ਹੀ ਰਹਿ ਰਹਿ ਕੇ ਨਹੀਂ ਵਿਕਾਸ ਹੋਣਾ। ਇਹ ਹੁਣ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਸੀਂ ਹੰਸ ਬਣਨਾ, ਸਾਗਰ 'ਚ ਤਾਰੀਆਂ ਲਾਉਣੀਆਂ, ਲੰਮੀ ਉਡਾਰੀ ਭਰਨੀ ਹੈ, ਕਿ ਡੱਡੂ ਦੀ ਤਰ੍ਹਾਂ ਖੂਹ ਦੇ ਵਿੱਚ ਰਹਿਣਾ ਤੇ ਖੂਹ ਦਾ ਡੱਡੂ ਬਣ ਕੇ ਰਹਿਣਾ, ਇੱਕ ਥਾਂ ਤੇ ਫਸ ਕੇ ਰਹਿਣਾ।